ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਮਾਘ ਮੱਜਨ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ। ਹਰਿ ਕਾ ਨਾਮ ਧਿਆਏ ਸੁਣ, ਸਭਨਾ ਨੂੰ ਕਰ ਦਾਨ। ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ। ਕਾਮ ਕ੍ਰੋਧ ਨਾ ਮੋਹੀਐ, ਬਿਨਸੈ ਲੋਭ ਸੁਆਨ। ਸਚੈ ਮਾਰਗ ਚਲਦਿਆਂ, ਉਸਤਤ ਕਰੇ ਜਹਾਨ। 68 ਤੀਰਥ ਸਗਲ ਪੁੰਨ, ਜੀ ਦਇਆ ਪਰਵਾਨ। ਜਿਸਨੂੰ ਦੇਵੈ ਦਇਆ ਕਰ, ਸੋਈ ਪੁਰਖ ਸੁਜਾਨ। ਜਿਨਾ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ। ਮਾਘ ਸੁੱਚੇ ਸੇ ਕਾਂਢੀਐ, ਜਿਨ ਪੂਰਾ ਗੁਰ ਮਿਹਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ, ਆਪ ਵਡਭਾਗੀ ਹੋ ਜੋ ਸਤ ਸੰਗਤ ਦੇ ਮਹਾਨ ਤੀਰਥ ਤੇ ਪਹੁੰਚੇ ਹੋ। ਇਲਾਹੀ ਬਾਣੀ ਦਾ ਕੀਰਤਨ, ਕਥਾ ਵਿਚਾਰ ਸਰਵਣ ਕਰਕੇ ਆਪਣੇ ਸਮੇਂ ਨੂੰ ਆਪ ਸਫਲਾ ਕਰਦੇ ਹੋ। ਆਓ ਅੱਜ ਜੈਸਾ ਆਪ ਜੀ ਨੂੰ ਗਿਆਤ ਹੈ, ਮਾਘ ਮਹੀਨੇ ਦੀ ਆਰੰਭਤਾ ਹੈ। ਆਪ ਜੀ ਨੇ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਬਾਣੀ 12 ਮਹਾਂ ਮਾਝ ਵਿੱਚੋਂ ਇਸ ਮਾਘ ਮਹੀਨੇ ਦਾ ਜੋ ਉਪਦੇਸ਼ ਹੈ, ਆਪ ਜੀ ਨੇ ਸਰਵਣ ਕੀਤਾ ਹੈ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਫੁਰਮਾਨ ਕਰਦੇ ਨੇ, ਮਾਘ ਮੱਜਨ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ। ਭਾਵ ਇਸ ਮਨੁੱਖਾ ਜੀਵਨ ਵਿੱਚ ਭਾਈ ਸਾਧੂ ਜਨਾਂ ਭਲੇ ਪੁਰਖਾਂ ਦੀ ਸੰਗਤ ਕਰਨੀ ਚਾਹੀਦੀ ਹੈ। ਉਹਨਾਂ ਸਾਧੂ ਜਨਾਂ ਦੀ ਧੂੜੀ 'ਚ ਇਸ਼ਨਾਨ ਕਰਨਾ। ਮਾਘ ਮਹੀਨੇ ਨੂੰ ਸਾਡੇ ਇਸ ਮੁਲਕ ਦੇ ਵਿੱਚ ਕੁਝ ਲੋਕ ਪਵਿੱਤਰ ਮਹੀਨਾ ਜਾਂ ਦਾਨ ਪੁੰਨ ਵਾਲਾ ਮਹੀਨਾ ਆਖਦੇ ਨੇ। ਕਈ ਤੇ ਉਚੇਚੇ ਤੌਰ ਤੇ ਇਸ ਮਹੀਨੇ ਤੀਰਥਾਂ ਆਦਿਕ ਤੇ ਜਾ ਕੇ ਇਸ ਲਈ ਇਸ਼ਨਾਨ ਕਰਦੇ ਨੇ। ਉਹਨਾਂ ਦਾ ਮੰਨਣਾ ਹੈ ਕਿ ਇਸ ਮਹੀਨੇ 'ਚ ਕੀਤਾ ਹੋਇਆ ਤੀਰਥ ਇਸ਼ਨਾਨ ਬਹੁਤ ਵਧੇਰੇ ਫਲਦਾਇਕ ਹੁੰਦਾ ਹੈ। ਪਰ ਗੁਰਮਤਿ ਵਿਚਾਰਧਾਰਾ ਅਨੁਸਾਰ ਨਾ ਕੋਈ ਮਹੀਨਾ, ਨਾ ਕੋਈ ਦਿਨ ਆਪਣੇ ਆਪ ਦੇ ਵਿੱਚ ਨਾ ਚੰਗਾ ਨਾ ਮਾੜਾ। ਇਹ ਤਾਂ ਮਨੁੱਖ ਦੇ ਕਰਮ ਦੇ ਅਨੁਸਾਰ ਹੀ ਪਤਾ ਲੱਗਣਾ ਹੈ। ਜਿਸ ਦਿਨ ਮਨੁੱਖ ਪਰਮੇਸ਼ਰ ਦਾ ਸਿਮਰਨ ਕਰੇ, ਰੱਬ ਦੀ ਯਾਦ ਵਿੱਚ ਜੁੜਦਾ ਹੈ, ਨੇਕ ਕਰਮ ਕਰਦਾ ਹੈ, ਤੇ ਉਹਦੇ ਲਈ ਉਹ ਦਿਨ, ਉਹ ਮਹੀਨਾ ਪਵਿੱਤਰ ਹੈ। ਤੇ ਸਤਿਗੁਰੂ ਜੀ ਨੇ ਮਾਘ ਦੇ ਮਹੀਨੇ ਦੇ ਰਾਹੀਂ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇੱਥੇ ਮੱਜਨ ਸ਼ਬਦ ਵਰਤਿਆ। ਮੱਜਨ ਦਾ ਜਿਹੜਾ ਅੱਖਰੀ ਅਰਥ ਹੁੰਦਾ ਹੈ, ਪਾਣੀ ਦੇ ਵਿੱਚ ਚੁੱਭੀ ਲਾਉਣੀ। ਤੇ ਇੱਥੇ ਮੱਜਨ ਸ਼ਬਦ ਵੀ ਆਇਆ ਤੇ ਇਸ਼ਨਾਨ ਸ਼ਬਦ ਵੀ ਆਇਆ।
ਸੋ ਸਤਿਗੁਰੂ ਮਹਾਰਾਜ ਜੀ ਕਹਿੰਦੇ ਸਾਧੂ ਜਨ ਜਿਹੜੇ ਨੇ ਨਾ, ਜਿਹੜੇ ਪਰਮਾਤਮਾ ਦੀ ਭਗਤੀ ਕਰਨ ਵਾਲੇ ਸਾਧੂ ਜਨ, ਜਿਨ੍ਹਾਂ ਨੇ ਆਪਣੇ ਜੀਵਨ ਨੂੰ ਸਾਧਿਆ ਹੋਇਆ, ਜਿਨ੍ਹਾਂ ਨੇ ਆਪਣੇ ਇੰਦਰੀਆਂ ਦੇ ਉੱਤੇ ਕਾਬੂ ਪਾਇਆ ਹੋਇਆ, ਜਿਨ੍ਹਾਂ ਦੇ ਬਾਰੇ ਬਾਣੀ 'ਚ ਪੜ੍ਹਦੇ ਹਾਂ, ਜਿਨ੍ਹਾਂ ਸਾਸ ਗਰਾਸ ਨ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ, ਪੂਰਨ ਸੋਈ ਸੰਤ। ਕਿਉਂਕਿ ਜਗਦਾ ਹੋਇਆ ਦੀਵਈ ਬੁਝੇ ਹੋਏ ਦੀਵੇ ਨੂੰ ਜਗਾ ਸਕਦਾ ਹੈ। ਇਸ ਕਰਕੇ ਜਿਹੜਾ ਸਾਧੂ ਜਨ ਹੁੰਦਾ ਹੈ ਉਹਦੀ ਬੜੀ ਮਹਿਮਾ ਹੈ ਬਾਣੀ ਵਿੱਚ। ਭਾਈ ਗੁਰਦਾਸ ਜੀ ਨੇ ਬਹੁਤ ਸੋਹਣੀਆਂ ਕੁਝ ਉਦਾਹਰਨਾਂ ਦੇ ਕੇ ਸਮਝਾਇਆ ਹੈ ਕਿ ਦੇਖੋ, ਜਿਵੇਂ ਅਨਾਜ ਹੈ, ਉਹ ਆਰੰਭ ਤੋਂ ਲੈ ਕੇ ਅਖੀਰ ਤੱਕ ਕਿੰਨੇ ਕਸ਼ਟ ਸਹਿੰਦਾ ਹੈ। ਕਣਕ ਦਾ ਦਾਣਾ ਹੈ, ਖੇਤ 'ਚ ਬੀਜਿਆ ਗਿਆ, ਫਿਰ ਉਹ ਦਾਣਾ ਉੱਗਿਆ, ਫਿਰ ਉਹਨੂੰ ਕੱਟ ਲਿਆ ਗਿਆ, ਫਿਰ ਉਹਨਾਂ ਦਾਣਿਆਂ ਨੂੰ ਪੀਹ ਕੇ ਉਹਨਾਂ ਦਾ ਆਟਾ ਬਣਾਇਆ, ਆਟੇ ਨੂੰ ਗੁੰਨਿਆ, ਵੇਲਿਆ, ਰੋਟੀ ਬਣਾ ਕੇ ਤਵੇ 'ਤੇ ਪਾਈ, ਉਹਨੇ ਤਪਸ ਸਹੀ ਹੈ, ਫਿਰ ਕਿਤੇ ਜਾ ਕੇ ਉਹ ਭੁੱਖ ਮਿਟਾਉਣ ਦੇ ਸਮਰੱਥ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ ਕਹਿੰਦੇ ਜਿਵੇਂ ਇੱਕ ਕਪਾਹ ਆ, ਜਿਹੜੇ ਅਸੀਂ ਤਨ 'ਤੇ ਕੱਪੜੇ ਪਹਿਨਦੇ ਹਾਂ, ਇਹਨਾਂ ਦੀ ਜਿਹੜੀ ਪਿਛਲੀ ਘਾਲਣਾ ਹੈ, ਇੱਕ ਕਪਾਹ ਹੈ, ਉਹਨੂੰ ਵੇਲਿਆ ਜਾਂਦਾ ਹੈ, ਪਿੰਜਿਆ ਜਾਂਦਾ ਹੈ, ਕੱਤਿਆ ਜਾਂਦਾ ਹੈ, ਫਿਰ ਉਹਦਾ ਸੂਤ ਕੱਤ ਕੇ ਉਹਦੀ ਬੁਣਤੀ ਕੀਤੀ ਜਾਂਦੀ ਹੈ, ਫਿਰ ਉਹਨੂੰ ਰੰਗਣ ਚਾੜਿਆ ਜਾਂਦਾ ਹੈ, ਮੱਟੀ ਦੇ ਵਿੱਚ ਪਾ ਕੇ ਲਲਾਰੀ ਉਹਨੂੰ ਪਹਿਲਾਂ ਫਟਕੜੀ ਦੇ ਪਾਣੀ 'ਚ ਉਬਾਲ ਕੇ ਪਾ ਦਿੰਦਾ ਹੈ, ਫਿਰ ਉਹਨੂੰ ਰੰਗ ਚਾੜਦਾ ਹੈ, ਫਿਰ ਉਹਨੂੰ ਦਰਜੀ ਕੈਂਚੀ ਦੇ ਨਾਲ ਕੱਟਦਾ ਹੈ, ਫਿਰ ਸੂਈ ਉਹਦੇ ਵਿੱਚੋਂ ਦੀ ਲੰਘਦੀ ਹੈ, ਉਹ ਸੀਤਾ ਜਾਂਦਾ ਕੱਪੜਾ, ਤਾਂ ਕਿਤੇ ਜਾ ਕੇ ਉਹ ਫਿਰ ਕੋਈ ਕੱਪੜਾ ਕਿਸੇ ਦੇ ਪਹਿਨਣ ਯੋਗ ਹੋ ਜਾਂਦਾ ਹੈ। ਇੱਦਾਂ ਹੀ ਇੱਕ ਪਾਣੀ ਦੀ ਉਦਾਹਰਨ ਦਿੱਤੀ, ਤੀਜੀ ਉਦਾਹਰਨ, ਕਿ ਜਿੱਦਾਂ ਪਾਣੀ ਵੇਖੋ, ਇਹਨੂੰ ਲੰਬੇ ਬਰਤਨ 'ਚ ਪਾ ਲਓ ਅਤੇ ਕੋਣੇ ਬਰਤਨ 'ਚ ਪਾ ਲਓ, ਟੇਢੇ ਬਰਤਨ 'ਚ ਪਾ ਲਓ, ਜਿੱਦਾਂ ਦੇ ਬਰਤਨ 'ਚ ਪਾਓਗੇ ਪਾਣੀ ਉੱਦਾਂ ਦੇ ਆਕਾਰ ਆਪਣਾ ਬਣਾ ਲੈਂਦਾ ਹੈ, ਉਸ ਬਰਤਨ ਵਿੱਚ ਸਮਾ ਜਾਂਦਾ ਹੈ। ਅਤੇ ਜਿੱਦਾਂ ਦੇ ਮਰਜ਼ੀ ਰੰਗ ਦੇ ਵਿੱਚ ਪਾ ਦਿਓ, ਉੱਦਾਂ ਦਾ ਰੰਗ ਧਾਰਨ ਕਰ ਲੈਂਦਾ ਹੈ। ਭਾਵ ਪਾਣੀ ਦੇ ਵਿੱਚ ਸਮਰਪਿਤ ਭਾਵਨਾ, ਕੋਈ ਮਨੁੱਖ ਹੋਵੇ, ਕੋਈ ਜਾਨਵਰ ਹੋਵੇ, ਜਿਹੜਾ ਵੀ ਪੀਵੇਗਾ ਪਾਣੀ ਸਭ ਦੀ ਪਿਆਸ ਬੁਝਾ ਦਿੰਦਾ ਹੈ। ਇਸੇ ਤਰ੍ਹਾਂ ਜਿਹੜੇ ਸਾਧੂ ਜਨ ਹੁੰਦੇ ਨੇ, ਉਹਨਾਂ ਨੇ ਵੀ ਆਪਣੇ ਜੀਵਨ ਨੂੰ ਸਾਧਿਆ ਹੁੰਦਾ ਹੈ। ਭਾਈ ਗੁਰਦਾਸ ਜੀ ਦਾ ਬਚਨ ਹੈ, 581 ਨੰਬਰ ਉਹਨਾਂ ਦਾ ਇਹ ਕਵਿਤਾ ਹੈ, ਜੈਸੇ ਅਨਾਦ ਆਦ ਅੰਤ ਪ੍ਰਯੰਤ ਹੰਤ, ਸਗਲ ਸੰਸਾਰ ਕੋ ਆਧਾਰ ਪਇਓ ਤਾਹੀ ਸੈ, ਜੈਸੇ ਤੋ ਕਪਾਸ ਤਰਾਸ ਦੇਤ ਨਾ ਉਸਾਸ ਕਾਢੈ, ਜਗਤ ਕੀ ਓਟ ਪਏ ਅੰਬਰ ਦੇਵਾਹੀ ਸੈ, ਜੈਸੇ ਆਪਾ ਖੋਏ ਜਲ ਮਿਲੈ ਸਭ ਵਰਨ ਮੈਂ, ਖਾਗ ਮ੍ਰਿਗ ਮਾਨਸ ਤ੍ਰਿਪਤ ਗਤ ਜਾਹੀ ਸੈ, ਤੈਸੇ ਮਨ ਸਾਧ ਸਾਧ ਸਾਧਨਾ ਕੈ ਸਾਧ ਭਏ, ਜਾਹੀ ਤੇ ਸਕਲ ਕੋ ਉਧਾਰ ਅਵਗਾਹੀ ਸੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ, ਭਾਈ ਮਾਘ ਮਹੀਨੇ 'ਚ ਭਾਵ ਇਸ ਮਨੁੱਖਾ ਜੀਵਨ ਵਿੱਚ ਸਾਧੂ ਪੁਰਖਾਂ ਦੀ ਸੰਗਤ ਕਰ, ਭਲੇ ਪੁਰਖਾਂ ਦੀ ਸੰਗਤ ਵਿੱਚ ਬੈਠਣਾ। ਕਿਉਂਕਿ ਜਦੋਂ ਅਸੀਂ ਬਾਣੀ 'ਚ ਬਚਨ ਆਉਂਦਾ ਨਾ, ਬਹੀਏ ਪੜ੍ਹਿਆ ਪਾਸ, ਕਿਉਂਕਿ ਜਦੋਂ ਸਤਿਪੁਰਖਾਂ ਦੇ ਵਿੱਚ ਬੈਠਾਂਗੇ, ਉੱਥੇ ਪਾਪ ਪੁੰਨ ਵਿਚਾਰੀਏ, ਕੂੜਾ ਘਟੈ ਰਾਸ। ਜਿਵੇਂ ਜਿਵੇਂ ਸਤਿਪੁਰਖਾਂ ਦੇ ਨੇੜੇ ਹੋ ਕੇ ਬੈਠਾਂਗੇ, ਉੱਥੇ ਸਾਡੇ ਕੀਤੇ ਕਰਮਾਂ ਦੀ ਵਿਚਾਰ ਹੋਵੇਗੀ, ਅਤੇ ਸਾਡੀ ਜਿਹੜੀ ਜੀਵਨ ਦੀ ਮਲੀਨਤਾ ਹੈ ਨਾ, ਉਹ ਦੂਰ ਹੁੰਦੀ ਜਾਵੇਗੀ। ਉਹਨਾਂ ਸਾਧੂ ਜਨਾਂ ਦੇ ਕੋਲੋਂ ਸਾਨੂੰ ਨਾਮ ਦਾ ਰੰਗ ਪ੍ਰਾਪਤ ਹੋ ਜਾਵੇਗਾ। ਧੂੜੀ ਕਰ ਇਸ਼ਨਾਨ, ਧੂੜੀ ਕਰ ਇਸ਼ਨਾਨ ਦਾ ਭਾਵ ਹੈ ਵੀ ਭਾਈ ਤੂੰ ਆਪਣੇ ਮਨ ਵਿੱਚ ਨਿਮਰਤਾ ਧਾਰਨ ਕਰ। ਕਿਉਂਕਿ ਜਦੋਂ ਅਸੀਂ ਹੰਕਾਰੀ ਜਾਂ ਅਭਿਮਾਨੀ ਹੋਵਾਂਗੇ ਤੇ ਅਸੀਂ ਕਿਸੇ ਭਲੇ ਬੰਦੇ ਨੂੰ ਵੀ ਭਲਾ ਕਹਿਣ ਨੂੰ ਤਿਆਰ ਨਹੀਂ ਹੋਵਾਂਗੇ। ਜੇ ਅਸੀਂ ਨਿਮਰਤਾ ਦੇ ਘਰ ਵਿੱਚ ਆਵਾਂਗੇ, ਆਪਣੇ ਆਪ ਨੂੰ ਨੀਵੇਂ ਮੰਨ ਕੇ ਹੀ ਅਸੀਂ ਕਿਸੇ ਦੂਜੇ ਦੇ ਗੁਣਾਂ ਨੂੰ ਸਲਾਹ ਸਕਦੇ ਹਾਂ, ਫਿਰ ਹੀ ਸਾਨੂੰ ਕੋਈ ਸਾਧੂ ਨਜ਼ਰ ਆਵੇਗਾ। ਅਭਿਮਾਨੀ ਮਨੁੱਖ ਨੂੰ ਉਹਨੂੰ ਤਾਂ ਸਾਧੂ ਸਤਿਪੁਰਖਾਂ ਦੇ ਨਾਲ ਵੀ ਉਹ ਤਾਂ ਝਗੜਾ ਕਰਦਾ ਹੈ,
ਹਰਨਾਕਸ਼ ਉਹ ਅਭਿਮਾਨੀ ਸੀ, ਤੇ ਉਹਨੂੰ ਰੱਬ ਰੂਪ ਆਪਣਾ ਪੁੱਤਰ ਪ੍ਰਹਿਲਾਦ ਜਿਹੜਾ ਉਹ ਉਹਨੂੰ ਵੀ ਮਾਰਨ ਵਾਸਤੇ ਤਿਆਰ ਹੋ ਜਾਂਦਾ ਹੈ। ਇਸ ਕਰਕੇ ਧੂੜੀ ਕਰ ਇਸ਼ਨਾਨ, ਵੀ ਪਹਿਲਾਂ ਤੂੰ ਆ ਨਿਮਰਤਾ ਦੇ ਘਰ ਵਿੱਚ ਆ, ਕਿਉਂਕਿ ਨਿਮਰਤਾ ਤਮਾਮ ਜਿਹੜੇ ਨੇਕ ਕਰਮ ਨੇ ਨਾ, ਨੇਕੀਆਂ ਨੇ, ਚੰਗਿਆਈਆਂ ਨੇ, ਤਮਾਮ ਨੇਕੀਆਂ ਚੰਗਿਆਈਆਂ ਦਾ ਨਿਚੋੜ ਹੈ ਨਿਮਰਤਾ। ਮਹਾਰਾਜ ਦੀ ਬਾਣੀ 'ਚ ਅਸੀਂ ਵਚਨ ਪੜ੍ਹਦੇ ਨਾ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਇਸ ਕਰਕੇ ਸਤਿਪੁਰਖਾਂ ਦੀ ਸੰਗਤ ਕਰਨੀ ਤੇ ਨਿਮਰਤਾ ਧਾਰ ਕੇ ਉਹਨਾਂ ਦੇ ਬਚਨ ਸੁਣਨੇ ਤੇ ਉਹਨਾਂ ਦੇ ਕੋਲੋਂ ਸਿੱਖਿਆ ਲੈ ਕੇ ਆਪਣਾ ਜੀਵਨ ਬਤੀਤ ਕਰਨਾ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਿੱਖ ਬਣਿਆ ਸੀ ਭਾਈ ਭਗੀਰਥ, ਆ ਮਲਸੀਆਂ ਦੇ ਰਹਿਣ ਵਾਲਾ ਸੀ, ਤੇ ਉਹਦੀ ਸੰਗਤ ਕਰਕੇ ਲਾਹੌਰ ਦਾ ਮਨ ਸੁਖ, ਬੜਾ ਵੱਡਾ ਵਪਾਰੀ ਸੀ, ਉਹ ਵੀ ਗੁਰੂ ਨਾਨਕ ਸਾਹਿਬ ਜੀ ਦਾ ਸ਼ਰਧਾਲੂ ਬਣ ਗਿਆ। ਤੇ ਉਸ ਮਨ ਸੁਖ ਦੀ ਸੰਗਤ ਕਰਕੇ ਸ਼੍ਰੀਲੰਕਾ ਦਾ ਰਾਜਾ ਸ਼ਿਵਨਾਭ, ਉਹ ਗੁਰੂ ਨਾਨਕ ਸਾਹਿਬ ਦਾ ਸ਼ਰਧਾਲੂ ਬਣ ਗਿਆ ਸੀ, ਆਪਣੇ ਜੀਵਨ ਨੂੰ ਸਵਾਰ ਲਿਆ ਸੀ। ਇਸ ਕਰਕੇ ਸੰਗਤ ਜਿਹੜੀ ਹੈ ਉਹ ਬੜਾ ਵੱਡਾ ਮਨੁੱਖ ਦੇ ਉੱਤੇ ਆਪਣਾ ਪ੍ਰਭਾਵ ਪਾਉਂਦੀ ਹੈ। ਬਾਕੀ ਜਿਹੜੇ ਮਿੱਥੇ ਹੋਏ ਕਿਸੇ ਤੀਰਥ ਤੇ ਜਾ ਕੇ ਇਸ਼ਨਾਨ ਕਰਨਾ, ਉਸ ਚੀਜ਼ ਨੂੰ ਗੁਰਮਤਿ ਨੇ ਕੋਈ ਬਹੁਤੀ ਮਹਾਨਤਾ ਨਹੀਂ ਦਿੱਤੀ, ਕਿਉਂਕਿ ਦੇਖੋ ਸਰੀਰ ਨੂੰ ਪਾਣੀ ਦੇ ਨਾਲ ਜੇ ਆਪਾਂ ਧੋਨੇ ਆ, ਪਾਣੀ ਦੇ ਨਾਲ ਇਸ਼ਨਾਨ ਕਰਨਾ ਇਹ ਜ਼ਰੂਰੀ ਹੈ। ਇਹ ਨਹੀਂ ਹੈ ਵੀ ਬਾਣੀ ਸ਼ਾਇਦ ਇਸ਼ਨਾਨ ਕਰਨ ਤੋਂ ਹੀ ਰੋਕਦੀ ਹੈ, ਨਹੀਂ, ਸਤਿਗੁਰੂ ਜੀ ਤਾਂ ਬਚਨ ਕਰਦੇ ਨੇ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਪਏ ਅਰੋਗਾ, ਕਿ ਪਾਣੀ ਨਾਲ ਇਸ਼ਨਾਨ ਕਰ, ਤੇਰਾ ਤਨ ਅਰੋਗ ਹੋਏਗਾ ਤੇ ਪ੍ਰਮਾਤਮਾ ਦੇ ਅੰਮ੍ਰਿਤਮਈ ਸਰੋਵਰ ਬਾਣੀ ਦੇ ਵਿੱਚ ਵੀ ਆਪਣੇ ਆਪ ਨੂੰ ਜੋੜ, ਸਿਮਰਨ ਦੇ ਦੁਆਰਾ ਤੇਰਾ ਮਨ ਵੀ ਪਵਿੱਤਰ ਹੋਵੇਗਾ। ਦੇਖੋ, ਇੱਕ ਪਵਿੱਤਰਤਾ ਹੈ, ਇੱਕ ਸਫਾਈ ਹੈ, ਦੋਵੇਂ ਵੱਖਰੀਆਂ ਵੱਖਰੀਆਂ ਚੀਜ਼ਾਂ ਨੇ। ਅਸੀਂ ਹੱਥ ਪੈਰ ਧੋ ਕੇ ਜੇ ਆਖੀਏ ਵੀ ਅਸੀਂ ਸੁੱਚੇ ਹੋ ਗਏ ਜਾਂ ਪਵਿੱਤਰ ਹੋ ਗਏ, ਨਹੀਂ, ਇਹ ਅਸੀਂ ਸਫਾਈ ਤਾਂ ਕਹਿ ਸਕਦੇ ਵੀ ਸਰੀਰ ਦੀ ਸਫਾਈ ਹੋ ਗਈ। ਗੁਰੂ ਨਾਨਕ ਸਾਹਿਬ ਜੀ ਨੇ ਬੜਾ ਸੁੰਦਰ ਦ੍ਰਿਸ਼ਟਾਂਤ ਜਪਜੀ ਸਾਹਿਬ ਦੀ ਬਾਣੀ 'ਚ ਦਿੱਤਾ ਹੈ ਕਿ ਦੇਖੋ, ਕਦੇ ਤੇਜ਼ ਹਨੇਰੀ ਚੱਲਦੀ ਹੋਵੇ, ਮਿੱਟੀ ਘੱਟਾ ਉੱਡ ਕੇ ਸਾਡੀਆਂ ਅੱਖਾਂ 'ਚ ਪੈ ਜਾਂਦਾ ਹੈ, ਸਾਡੇ ਹੱਥ, ਸਾਡਾ ਸਰੀਰ ਮਿੱਟੀ ਘੱਟੇ ਨਾਲ ਭਰ ਜਾਂਦਾ ਹੈ, ਤੇ ਫਿਰ ਅਸੀਂ ਪਾਣੀ ਦੇ ਨਾਲ ਹੱਥ ਪੈਰ ਮੂੰਹ ਧੋ ਕੇ ਉਹ ਮਿੱਟੀ ਘੱਟੇ ਤੋਂ ਆਪਣੇ ਆਪ ਨੂੰ ਸਾਫ਼ ਕਰ ਲੈਂਦੇ ਹਾਂ। ਇੱਦਾਂ ਹੀ ਕਈ ਵਾਰ ਛੋਟੇ ਬੱਚੇ ਨੇ ਬਸਤਰ ਉੱਤੇ, ਬਿਸਤਰ ਉੱਤੇ ਮਲ ਮੂਤਰ ਕਰ ਦਿੱਤਾ ਹੈ, ਉਹਨੂੰ ਸਾਬਣ ਤੇ ਪਾਣੀ ਦੇ ਰਾਹੀਂ ਧੋ ਕੇ ਅਸੀਂ ਸਾਫ਼ ਕਰ ਲੈਂਦੇ ਹਾਂ। ਇੱਦਾਂ ਹੀ ਜਿਹੜੇ ਸਾਡੇ ਅੰਤਰ ਆਤਮੇ ਬਹੁਤ ਸਾਰੀ ਮੈਲ ਅੰਦਰ ਵੀ ਡਿੱਗ ਰਹੀ ਹੈ, ਅੱਖਾਂ ਦੇ ਰਾਹੀਂ ਮਾੜਾ ਦੇਖ ਕੇ ਮੈਲ ਅੰਦਰ ਜਾ ਰਹੀ ਹੈ, ਕੰਨਾਂ ਦੇ ਰਾਹੀਂ ਮਾੜਾ ਸੁਣ ਕੇ, ਮਾੜਾ ਸੋਚ ਕੇ, ਇਹ ਸਾਰੀ ਅੰਦਰ ਮਲੀਨਤਾ, ਗੰਦਗੀ ਇਕੱਠੀ ਹੁੰਦੀ ਰਹਿੰਦੀ ਹੈ। ਤੇ ਮਹਾਰਾਜ ਕਹਿੰਦੇ, ਭਰੀਏ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਮੈ ਕੈ ਰੰਗ। ਉਹ ਨਾਮ ਦੇ ਦੁਆਰਾ ਹੀ ਉਹਨੇ ਧੋਤਾ ਜਾਣਾ, ਕਿਉਂਕਿ ਤਨ ਧੋਤਾ ਹੈ, ਮਨ ਹੱਛਾ ਨਾ ਹੋਏ। ਤਨ ਨੂੰ ਧੋਣ ਦੇ ਨਾਲ ਸਾਡਾ ਮਨ, ਸਾਡਾ ਕਿਰਦਾਰ ਉੱਚਾ ਸੁੱਚਾ ਨਹੀਂ ਹੋ ਸਕਦਾ। ਬਾਣੀ 'ਚ ਬਚਨ ਆਉਂਦੇ ਨਾ, ਬਿਰਥੀ ਸਾਖਤ ਕੀ ਆਰਜਾ, ਸਾਚ ਬਿਨਾ ਕਹਿ ਹੋਵਤ ਸੂਚਾ, ਬਿਰਥਾ ਨਾਮ ਬਿਨਾ ਤਨ ਅੰਧ, ਮੁਖ ਆਵਤ ਤਾਕੈ ਦੁਰਗੰਧ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਬਾਣੀ ਵਿੱਚ ਸਾਫ਼-ਸਾਫ਼ ਸਾਨੂੰ ਇਉਂ ਸਮਝਾਇਆ ਕਿ ਧੂੜੀ ਮੱਜਨ ਸਾਧ ਖੇ, ਸਾਈਂ ਥੀਏ ਕਿਰਪਾਲ, ਲੱਦੇ ਹੱਬੇ ਥੋਕੜੇ, ਨਾਨਕ ਹਰ ਧਨ ਮਾਲ। ਇਸ ਕਰਕੇ ਸਤਿਪੁਰਖਾਂ ਦੀ ਜਿਹੜੀ ਧੂੜੀ ਹੈ ਨਾ, ਉਹਨਾਂ ਦੀ ਸ਼ਰਨ, ਉਹਨਾਂ ਦੀ ਸੰਗਤ, ਉਹਨੂੰ ਬਹੁਤ ਥਾਵਾਂ ਤੇ ਵਡਿਆਇਆ। ਆਸਾ ਕੀ ਵਾਰ ਦੀ ਬਾਣੀ ਵਿੱਚ ਵੀ ਅਸੀਂ ਬਚਨ ਪੜ੍ਹਦੇ ਹਾਂ ਕਿ ਦਾਨ ਮਹਿੰਡਾ ਤਲੀ ਖਾਕ, ਜੇ ਮਿਲੇ ਤਾਂ ਮਸਤਕ ਲਾਈਏ, ਕਿ ਜੇ ਕਿਤੇ ਭਲੇ ਪੁਰਖਾਂ ਦੇ ਚਰਨਾਂ ਦੀ ਧੂੜੀ ਸਾਨੂੰ ਪ੍ਰਾਪਤ ਹੋਵੇ ਤੇ ਅਸੀਂ ਮਸਤਕ ਤੇ ਲਾਈਏ।
जिनके चोले रतड़े प्यारे, कंत तिना कै पास, धूड़ तिना की जे मिलै जी, कहो नानक की अरदास। क्योंकि साध संगत ही साडे जीवन नूं पवित्र करदी है। साध संग मल लाथी। इस करके जिन्हां नूं सत संगत की प्राप्ति हो जाती है, वो अपने जीवन नूं पवित्र कर लेंदे ने। गुरु ही असल विच ऐसी बख्शिश करन वाला है। गुर दरियाओ सदा जल निर्मल, मिलिया दुरमत मैल हरै। सतगुर पाया पूरा नावन, पशु प्रेतो देव करे। ये है इशनान, साडी बिरती बदल जानी। ते सतगुरु धन गुरु ग्रंथ साहिब सच्चे पिता महाराज जी की पावन बाणी विच गुरु रामदास महाराज जी ने तीर्थां दा मानवीकरण करके बड़ा सोहना समझाया है कि जिहड़े ये हिंदुस्तान दे विच तीर्थ मन्ने गए ने, पवित्र नदियां मन्नियां गईयां, लोग उन्हां ते इशनान करन जांदे ने। गुरु रामदास जी ने उन्हां तीर्थां दे वल्लों ये बचन कीते ने। मल्हार राग दे विच महाराज दा एक शब्द है, गंगा जमुना गोदावरी सरस्वती, ते करै उद्यम धूर साधु की ताई। किलविख मैल भरे परै हमरै विच, हमरी मैल साधु की धूर गवाई। तीर्थ 68 मज्जन नहाई, सत संगत की धूर परी उड नेत्री। सब दुरमत मैल गवाई। गुरु रामदास महाराज जी बख्शिश करते हैं कि ये जिहड़े गंगा जमुना गोदावरी ये जिहड़ियां नदियां ने, मानो वो कहंदे उन्हां दी सुन के ते वेखो की कह रही ने। वो कहंदियां मानो भी लोग पापां दी मैल साडे च ला के इशनान करके असीं बहुत मैलियां हो गईयां, साडे ते बड़ा भार इकट्ठा हो गया। कहंदे कोई साधु पुरख आवे कोई पूरा, ते कहंदे ओहदे चरनां दी धूरी लैके असीं भी पवित्र हो जाइए। इस करके सतपुरख दी जिहड़ी संगत है ਉਹਨੂੰ बहुत वडियाया गया है। सिख तां रोज़ अरदास विच यही मंग करदा कि सही प्यारे मेल, जिन्ना मिलिया तेरा नाम चित आवे। माग मज्जन संग साधुआं, धूड़ी कर इशनान। हे भाई, मन विच निमरता रख के सतपुरखां दी संगत करया कर। अगला बचन है, हर का नाम ध्याए सुन, सबना नो कर दान। तीन गल्लां कहियां गुरु साहिब जी ने। नाम नूं ध्याउणा, नाम दा सुनना अते सबना नो कर दान। कि भाई सतपुरखां दी संगत विच बैठ, पहला रब दे नाम नूं जप, सुन, ਅਤੇ ਫਿਰ ਹੋਰਨਾਂ ਦੇ ਉੱਤੇ ਵੀ ਇਹ ਤੂੰ ਕਿਰਪਾ ਕਰ, ਹੋਰਨਾਂ ਨੂੰ ਵੀ ਦਾਨ ਦੇ। ਦੇਖੋ ਇੱਕ ਕਈ ਵਾਰੀ ਅਸੀਂ ਕੀ ਕਰਦੇ ਆ, ਗੁਰਦੁਆਰਿਆਂ ਦੇ ਵਿੱਚ ਆਮ ਕਈ ਵਾਰ ਅਨਾਉਂਸਮੈਂਟ ਕੀਤੀ ਜਾਂਦੀ ਹੈ, ਫਲਾਣਾ ਸਿੰਘ ਨੇ 1000 ਰੁਪਈਆ ਦਾਨ ਦਿੱਤਾ। ਦੇਖੋ ਦਾਨ ਤੇ ਭੇਟਾ ਦੋ ਸ਼ਬਦ ਨੇ। दान दया विचों, तरस विचों निकलदा है। जदों असीं किसी गरीब मंगते नूं वेखदे हां ते सानूं उहदे ते तरस आउंदा, उहदी हालत ते असीं 2-4 रुपये उहदी तली ते रखदे हां, उहनूं कुछ दिंदे हां कि साडे मन च तरस आया। इस करके दान जिहड़ा ना वो तरस विचों निकलदा है। ते जिहड़ी गुरु अगे कोई चीज़ असी रखनी है, ਉਹਦੇ वास्ते शब्द भेटा है गुरमत का। क्योंकि भेटा आप तो वड्डे नूं दित्ती जाती है, दान अपने तो छोटे नूं, निमाणे नूं, लोड़वंद नूं दिता जाता है। सो सतगुरु जी कहते दान कर, भाव पहला तू अपने जीवन नूं साध, नाम जप, नाम सुन, ते फिर तू होरनां दे उत्ते भी यह बख्शिश कर कि होर भी
ਨਾਮ ਜਪ ਕੇ ਆਪਣੇ ਜੀਵਨ ਨੂੰ ਪਵਿੱਤਰ ਕਰ ਲੈਣ। ਗੁਰੂ ਰਾਮਦਾਸ ਮਹਾਰਾਜ ਦਾ ਗੌੜੀ ਰਾਗ ਵਿੱਚ ਜਿਹੜਾ ਇੱਕ ਗੁਰਮਤਿ ਦੀ ਰਹਿਣੀ ਬਹਿਣੀ ਜਿਹਦੇ ਵਿੱਚ ਦੱਸੀ ਹੈ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠ ਹਰਿ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ। ਇਹਦੇ ਅਖੀਰ ਤੇ ਜਾ ਕੇ ਗੁਰੂ ਰਾਮਦਾਸ ਜੀ ਬਚਨ ਕਰਦੇ ਨੇ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੈ। ਇਸ ਕਰਕੇ ਜਿਹੜਾ ਅਵਰਹਿ ਨਾਮ ਜਪਾਵੈ ਨਾ, ਇਹ ਹੈ ਸਭਨਾਂ ਨੂੰ ਕਰਦਾਨ। ਤੇ ਜਦੋਂ ਤੂੰ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜ ਜਾਵੇਂਗਾ, ਫਿਰ ਕੀ ਹੋਏਗਾ? ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ। ਜਿਹੜੀ ਕਰਮਾਂ ਕਰਕੇ ਜਨਮਾਂ ਜਨਮਾਂਤਰਾਂ ਤੋਂ ਮੈਲ ਜਿਹੜੀ ਲੱਗੀ ਹੋਈ ਹੈ ਨਾ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆ ਖਨਲੀ ਧੋਤੀ ਉਜਲੀ ਨਾ ਹੋਵੀ, ਜੇ 100 ਧੋਵੜ ਪਾਓ। ਖਨਲੀ ਧੋਤੀ ਕਹਿੰਦੇ ਨੇ ਜਿਹੜੀ ਲੀਰ ਦੇ ਨਾਲ ਤੇਲੀ ਕੋਲੂ ਨੂੰ ਸਾਫ਼ ਕਰਦਾ, ਉਹਨੂੰ ਤੇਲ ਦੀ ਥੰਧਿਆਈ ਲੱਗ ਕੇ ਉਹਦੇ ਤੇ ਮਿੱਟੀ ਘੱਟਾ ਇੰਨਾ ਚੜਿਆ ਹੁੰਦਾ ਹੈ, 100 ਵਾਰ ਵੀ ਧੋਵੋ ਉਸ ਲੀਰ ਨੂੰ, ਉਹਦੇ ਵਿੱਚੋਂ ਮੈਲ ਨਹੀਂ ਨਿਕਲਦੀ। ਕਹਿੰਦੇ ਇਦਾਂ ਦਾ ਤਾਂ ਬੰਦੇ ਦਾ ਮਨ ਹੋਇਆ ਪਿਆ। ਤੇ ਜਿਹੜੀ ਉਹ ਮੈਲ ਹੈ ਉਹ ਫਿਰ ਪ੍ਰਮਾਤਮਾ ਦੇ ਨਾਮ ਨੇ ਹੀ ਦੂਰ ਕਰਨੀ ਹੈ। ਨਾਮ ਦੇ ਦੁਆਰਾ ਹੀ ਸਾਡੇ ਇਸ ਦੇਹੀ ਦੀ ਸੁਚਮਤਾ ਹੈ, ਪਵਿੱਤਰਤਾ ਹੈ। ਬਾਣੀ 'ਚ ਵਚਨ ਵੀ ਆਉਂਦਾ ਹੈ ਨਾ, ਸੂਚੀ ਭਈ ਰਸਨਾ ਨਾਮ ਕਹਿਤ ਗੋਬਿੰਦ ਕਾ। ਜਦੋਂ ਨਾਮ ਕਹਿਤ ਗੋਬਿੰਦ ਕਾ ਸੂਚੀ ਭਈ ਰਸਨਾ, ਰਸਨਾ ਸੂਚੀ ਉਦੋਂ ਹੀ ਹੋਏਗੀ ਜਦੋਂ ਉਹ ਪਰਮੇਸ਼ਰ ਦਾ ਨਾਮ ਉਚਾਰੇਗੀ। ਤੇ ਮਹਾਰਾਜ ਜੀ ਤਾਂ ਬਖਸ਼ਿਸ਼ ਕਰਦੇ ਨੇ, ਕਹਿੰਦੇ ਜਨਮਾਂ ਜਨਮਾਂਤਰਾਂ ਦੀ ਜਿਹੜੀ ਹੈ ਨਾ ਬੁਰੇ ਕਰਮ ਕਰਕੇ ਜਿਹੜੀ ਮਲੀਨਤਾ ਅੰਦਰ ਟਿਕੀ ਹੈ ਉਹ ਦੂਰ ਹੋ ਜਾਏਗੀ, ਮਨ ਦੇ ਵਿੱਚੋਂ ਗੁਮਾਨ ਵੀ ਦੂਰ ਹੋ ਜਾਏਗਾ। ਕਿਉਂਕਿ ਨਾਮ ਤੇ ਹਉਮੈ ਇਹ ਦੋਵੇਂ ਇੱਕ ਥਾਂ ਤਾਂ ਟਿਕ ਹੀ ਨਹੀਂ ਸਕਦੇ। ਜਦੋਂ ਤੂੰ ਨਾਮ ਧਿਆਏਂਗਾ ਹਉਮੈ ਆਪੇ ਹੀ ਦੂਰ ਹੋ ਜਾਏਗੀ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਬਸੈ ਇੱਕ ਠਾਏ। ਤੇ ਇਹਦੇ ਤੋਂ ਇਲਾਵਾ ਨਾਮ ਦੀ ਤਾਂ ਮਹਿਮਾ ਇੰਨੀ ਵਿਸ਼ਾਲ ਹੈ ਕਿ ਮਹਿਮਾ ਨਾਮ ਕਹਾਂ ਲੋ ਵਰਨੋ। ਨਾਮ ਦੀ ਮਹਿਮਾ ਕਿੰਨੀ ਕੁ ਬਿਆਨ ਕੀਤੀ ਜਾਵੇ। ਮਹਾਰਾਜ ਜੀ ਕਹਿੰਦੇ ਜਿੱਥੇ ਸਾਡੀ ਇਹ ਕਰਮਾਂ ਦੀ ਮੈਲ ਦੂਰ ਹੋਏਗੀ ਨਾ, ਗੁਮਾਨ ਸਾਡੇ ਮਨ ਚੋਂ ਦੂਰ ਹੋ ਜਾਏਗਾ, ਮਹਾਰਾਜ ਜੀ ਕਹਿੰਦੇ ਉੱਥੇ ਜਿਹੜੇ ਦੂਜੇ ਵਿਕਾਰ ਨੇ ਨਾ, ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸੁਆਨ। ਕਾਮ ਅਤੇ ਕ੍ਰੋਧ ਇਹ ਬੜੇ ਵੱਡੇ ਪ੍ਰਬਲ ਵਿਕਾਰ ਹਨ। ਕਾਮ ਕ੍ਰੋਧ ਕਾਇਆ ਕੋ ਗਾਲੈ, ਜੋ ਕੰਚਨ ਸੁਹਾਗਾ ਢਾਲੈ। ਕਾਮ ਦਾ ਪ੍ਰਭਾਵ ਵੀ ਤੇ ਕ੍ਰੋਧ ਦਾ ਪ੍ਰਕੋਪ ਵੀ ਤੇਰੇ ਤੇ ਅਸਰਦਾਰ ਨਹੀਂ ਹੋਏਗਾ ਜੇ ਤੇਰੇ ਜੀਵਨ ਵਿੱਚ ਨਾਮ ਹੋਏਗਾ। ਸਾਧੂ ਸਤਪੁਰਖਾਂ ਦੀ, ਭਲੇ ਪੁਰਖਾਂ ਦੀ ਸੰਗਤ ਜੇ ਤੂੰ ਕਰੇਗਾ ਤਾਂ ਤੇਰੇ ਤੇ ਇਹਨਾਂ ਵਿਕਾਰਾਂ ਦਾ ਅਸਰ ਨਹੀਂ ਹੋਏਗਾ। ਤੇ ਤੇਰੇ ਅੰਦਰ ਜਿਹੜਾ ਲੋਭ ਰੂਪੀ ਕੁੱਤਾ ਹੈ ਨਾ, ਬਿਨਸੈ ਲੋਭ ਸੁਆਨ, ਕਿਉਂਕਿ ਇਹ ਤਾਂ ਸਵੇਰੇ ਦਿਨ ਚੜ੍ਹਦੇ ਹੀ ਅੰਦਰ ਜਿਹੜੀ ਆਸਾ ਤੇ ਤ੍ਰਿਸ਼ਨਾ ਤੇ ਲੋਭ ਰੂਪੀ ਕੁੱਤਾ ਜਿਹੜਾ ਹੈ ਨਾ, ਬਾਣੀ 'ਚ ਬਚਨ ਆਉਂਦਾ, ਏਕ ਸੁਆਨ ਦੋ ਸੁਆਨੀ ਨਾਲ ਭਲਕੇ ਭੌਂਕੈ ਸਦਾ ਬਿਆਲ। ਉੱਥੇ ਏਕ ਸੁਆਨ ਇਹ ਲੋਭ ਨੂੰ ਕਿਹਾ, ਦੋਏ ਸੁਆਨੀ ਨਾਲ ਆਸ਼ਾ ਤੇ ਤ੍ਰਿਸ਼ਨਾ। ਇਸ ਕਰਕੇ ਉਹ ਲੋਭ ਰੂਪੀ ਕੁੱਤਾ ਵੀ ਕਹਿੰਦੇ ਫਿਰ ਤੇਰੇ ਪਿੱਛੇ ਨਹੀਂ ਦੌੜੇਗਾ, ਉਹ ਤੇਰੇ ਮਗਰੋਂ ਲੈ ਜਾਵੇਗਾ, ਬਿਨਸ ਜਾਵੇਗਾ, ਤੇਰੇ ਅੰਦਰ ਲੋਭ ਨਹੀਂ ਰਹੇਗਾ। ਦੇਖੋ ਲੋਭ ਦਾ ਜਿਹੜਾ ਵਿਰੋਧੀ ਸ਼ਬਦ ਹੈ ਉਹ ਹੈ ਸੰਤੋਖ। ਜੇ ਤੂੰ ਸਾਧੂ ਪੁਰਖਾਂ ਦੀ ਸੰਗਤ ਕਰੇ, ਨਿਮਰਤਾ ਧਾਰਨ ਕਰੇ, ਪਰਮਾਤਮਾ ਦੇ ਨਾਮ ਨੂੰ ਜਪੇ, ਸੁਣੇ, ਹੋਰਨਾਂ ਨੂੰ ਜਪਾਵੇਂ, ਤਾਂ ਇਉਂ ਕਹਿਣ ਲੱਗੇ ਫਿਰ ਤੇਰੇ ਅੰਦਰੋਂ ਲੋਭ ਦੂਰ ਹੋ ਜਾਏਗਾ ਤੇ ਸੰਤੋਖ ਤੇਰੇ ਜੀਵਨ 'ਚ ਆ ਜਾਏਗਾ। ਦੇਖੋ ਲੋਭੀ ਨੂੰ ਕੋਈ ਸੁਖੀ ਨਹੀਂ ਕਰ ਸਕਦਾ, ਸੰਤੋਖੀ ਨੂੰ ਕੋਈ ਦੁਖੀ ਨਹੀਂ ਕਰ ਸਕਦਾ। ਜਿਹੜਾ ਲੋਭੀ ਬੰਦਾ ਹੈ ਨਾ, ਉਹਦੇ ਅੱਗੇ ਤੇ ਮਹਾਰਾਜ ਜੀ ਕਹਿੰਦੇ ਬੰਨਾ ਪੁਰੀਆਂ ਭਾਰ, ਸਾਰੇ ਭਵਨਾਂ ਦੇ ਪਦਾਰਥ ਢੇਰ ਉਹਦੇ ਅੰਦਰ ਰੱਖ ਦਿਓ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਲੋਭੀ ਬੰਦੇ ਨੂੰ ਕੋਈ ਸੁਖੀ ਨਹੀਂ ਕਰ ਸਕਦਾ। ਜਿੰਨਾ ਮਰਜੀ ਉਹਦੇ ਕੋਲ ਖਜ਼ਾਨਾ ਧਨ ਪਦਾਰਥ ਇਕੱਠਾ ਹੋ ਜਾਵੇ, ਉਹ ਸੁਖੀ ਨਹੀਂ ਹੋਏਗਾ।
ਤੇ ਜਿਹੜਾ ਸੰਤੋਖੀ ਬੰਦਾ ਹੈ, ਉਹਦੇ ਕੋਲੇ ਕੁਝ ਵੀ ਨਾ ਹੋਵੇ ਤੇ ਉਹ ਤਾਂ ਵੀ ਸੁਖੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਲੋਭ ਤੇਰੇ ਜੀਵਨ ਚੋਂ ਚਲਾ ਜਾਵੇਗਾ। ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ। ਜਦੋਂ ਭਲੇ ਪੁਰਖਾਂ ਦੀ ਸੰਗਤ ਕਰਨੀ, ਨਿਮਰਤਾ 'ਚ ਰਹਿਣਾ, ਨਾਮ ਜਪਣਾ, ਤੇ ਇਹ ਹੈ ਸੱਚਾ ਮਾਰਗ, ਸਚਾਈ ਵਾਲਾ ਮਾਰਗ। ਤੇ ਜਦੋਂ ਕੋਈ ਇਸ ਸੋਹਣੇ ਮਾਰਗ ਤੇ ਤੁਰੇਗਾ, ਉਹਦੀ ਸ਼ੋਭਾ ਤੇ ਸਾਰੇ ਜਹਾਨ ਨੇ ਕਰਨੀ ਹੈ। ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ, ਕੋਈ ਨਾ ਮਿਟਣ ਹਾਰਾ। ਅਗਲਾ ਬਚਨ ਹੈ 68 ਤੀਰਥ ਸਗਲ ਪੁੰਨ ਜੀ ਦਇਆ ਪਰਵਾਨ। ਭਾਵ ਜਿਹੜਾ ਫਲ 68 ਤੀਰਥਾਂ ਤੇ ਨਹਾਇਆ ਮਿਲਦਾ, ਜੋ ਮਿਥਿਆ ਗਿਆ ਵੀ ਜੇ ਤੁਸੀਂ 68 ਤੀਰਥਾਂ ਤੇ ਨਹਾ ਲਓਗੇ ਤੇ ਇਹ ਫਲ ਮਿਲੇਗਾ, ਤੇ ਹੋਰ ਬਹੁਤ ਸਾਰੇ ਦਾਨ ਪੁੰਨ ਕਰਨੇ। ਤੇ ਮਹਾਰਾਜ ਜੀ ਕਹਿੰਦੇ ਜੇ ਤੁਸੀਂ ਆਪਣੇ ਜੀਵਨ ਵਿੱਚ ਦਇਆ ਨੂੰ ਧਾਰਨ ਕਰ ਲਵੋ, ਜੀਵਾਂ ਦੇ ਉੱਤੇ ਦਇਆ ਕਰਨੀ, ਦੇਖੋ ਜਿਹਦੇ ਤੇ ਸਾਨੂੰ ਤਰਸ ਆਏਗਾ, ਦਇਆ ਆਏਗੀ। ਜੇ ਕੋਈ ਗੁਰੂ ਨਾਲੋਂ, ਨਾਮ ਬਾਣੀ ਦੇ ਨਾਲ ਟੁੱਟਿਆ ਹੋਇਆ, ਕੋਈ ਨਸ਼ਿਆਂ 'ਚ ਪਿਆ ਹੋਇਆ, ਕੋਈ ਹੋਰ ਕਿਸੇ ਕਾਰਨ ਕਰਕੇ ਦੁਖੀ ਹੈ, ਤੇ ਕਿਸੇ ਦੀ ਮਦਦ ਕੀਤੀ ਜਾਵੇ, ਕਿਸੇ ਨੂੰ ਸਹਾਰਾ ਦਿੱਤਾ ਜਾਵੇ, ਤਾਂ ਇਹ ਜਿਹੜਾ ਕਿਸੇ ਤੇ ਤਰਸ ਖਾਣਾ, ਦਇਆ ਕਰਨੀ, ਕਹਿੰਦੇ ਇਹਦੇ ਵਿੱਚੋਂ ਤੈਨੂੰ ਉਹ ਫਲ ਪ੍ਰਾਪਤ ਹੋਏਗਾ। ਮੰਨ ਲਓ ਕਿ ਤੂੰ 68 ਤੀਰਥਾਂ ਦਾ ਇਸ਼ਨਾਨ ਕਰ ਲਿਆ ਤੇ ਸਾਰੇ ਹੀ ਦਾਨ ਪੁੰਨ ਤੂੰ ਕਰ ਲੈ। ਇਸ ਕਰਕੇ ਦਇਆ ਭਾਵਨਾ ਆਪਣੇ ਮਨ ਵਿੱਚ ਰੱਖਣੀ, ਭਾਵ ਹਰ ਵੇਲੇ ਦੂਜੇ ਦੀ ਮਦਦ ਕਰਨ ਵਾਸਤੇ ਤਿਆਰ ਰਹਿਣਾ। ਆਪਣੇ ਲਈ ਤੇ ਹਰ ਕੋਈ ਜਿਉਂਦਾ ਹੈ। ਮਹਾਰਾਜ ਜੀ ਕਹਿੰਦੇ ਗੱਲ ਤੇ ਤਾਂ ਹੈ ਨਾ, ਜੇ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਪਾਈ ਹੈ। ਇਸ ਕਰਕੇ ਦਇਆ ਬਹੁਤ ਜ਼ਰੂਰੀ ਹੈ ਜੀਵਨ ਵਿੱਚ। ਕਿਸੇ ਦੁਖੀ ਨੂੰ ਵੇਖ ਕੇ ਤੇਰਾ ਦਿਲ ਪੰਗਰਨਾ ਚਾਹੀਦਾ, ਤੇਰੇ ਅੰਦਰ ਦਇਆ ਪੈਦਾ ਹੋਣੀ ਚਾਹੀਦੀ ਹੈ। ਤੇ ਜੇ ਦਇਆ ਨਾ ਪੈਦਾ ਹੋਈ, ਬਾਣੀ 'ਚ ਬਚਨ ਆਉਂਦਾ, ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਅਨਕ ਜਤਨ ਕਰ ਆਤਮ ਨਹੀਂ ਦਰਵੈ, ਹਰ ਦਰਗਾ ਕਹੋ ਕੋ ਕੈਸੇ ਗਵੈ। ਜੇ ਅੰਦਰ ਦਰਵਤ ਹੀ ਨਹੀਂ ਹੋਇਆ, ਕਿਸੇ ਦੁਖੀ ਦੇ ਦੁੱਖ ਨੂੰ ਵੇਖ ਕੇ ਤੇਰੇ ਅੰਦਰ ਤਰਸ ਹੀ ਨਹੀਂ ਪੈਦਾ ਹੋਇਆ, ਤੇ ਜੇ ਤੂੰ ਇੰਨਾ ਕਠੋਰ ਦਿਲ ਹੈ, ਸਖਤ ਦਿਲ ਹੈ, ਤੇ ਫਿਰ ਕਹਿਣ ਲੱਗੇ ਤੇਰਾ ਧਰਮ ਕਰਮ ਵਿਖਾਵੇ ਦੇ ਇਹ ਸਾਰੇ ਕਰਮ ਕਾਂਡ ਕਿਸੇ ਲੇਖੇ ਨਹੀਂ। ਦਇਆ ਤਾਂ ਧਰਮ ਦਾ ਮੂਲ ਹੈ। ਧੌਲ ਧਰਮ ਦਇਆ ਕਾ ਪੂਤ। ਜੇ ਦਇਆ ਹੀ ਨਹੀਂ ਤੇ ਧਰਮ ਤੇਰੇ ਜੀਵਨ ਵਿੱਚ ਕਿੱਥੋਂ ਆਏਗਾ। ਇਸ ਤਰ੍ਹਾਂ ਦਾ ਸੁਚੱਜਾ ਜੀਵਨ ਜਿਉਣਾ ਚਾਹੀਦਾ ਹੈ। ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਅਗਲਾ ਬਚਨ ਕਰਦੇ ਨੇ, ਜਿਸ ਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ। ਇਹ ਜਿਹੜੀ ਅਸੀਂ ਸਾਰੀ ਉੱਪਰ ਇੱਕ ਤਰਤੀਬ ਵਿਚਾਰੀ ਹੈ ਨਾ, ਵੀ ਭਲੇ ਪੁਰਖਾਂ ਦੀ ਸੰਗਤ ਕਰਨੀ, ਨਿਮਰਤਾ 'ਚ ਰਹਿਣਾ, ਪਰਮਾਤਮਾ ਦਾ ਨਾਮ ਧਿਆਉਣਾ, ਸੁਣਨਾ, ਹੋਰਨਾਂ ਨੂੰ ਜਪਾਉਣਾ, ਇਹ ਜਿਹੜੀ ਸਾਰੀ ਇੱਕ ਜੀਵਨ ਵਿਧੀ ਹੈ। ਕਹਿਣ ਲੱਗੇ ਇਹ ਜਿਸ ਨੂੰ ਉਹ ਮਾਲਕ ਦੇ ਦਿੰਦਾ ਨਾ, ਜਿਹਨੂੰ ਇਦਾਂ ਦਾ ਜੀਵਨ ਬਖਸ਼ ਦਿੰਦਾ, ਉਹ ਪਰਮਾਤਮਾ। ਜਿਹਦਾ ਮਨ ਕਰਦਾ ਕਿ ਮੈਂ ਸਾਧ ਸੰਗਤ ਵਿੱਚ ਬੈਠਾਂ, ਤੇ ਕਹਿੰਦੇ ਫਿਰ ਉਹੀ ਅਸਲ ਵਿੱਚ ਸਿਆਣਾ ਪੁਰਖ ਮੰਨਿਆ ਜਾਂਦਾ ਹੈ, ਉਹੀ ਸੂਝਵਾਨ ਹੈ, ਉਹੀ ਧਰਮੀ ਹੈ, ਜਿਹਨੂੰ ਇਦਾਂ ਦੀ ਜੀਵਨ ਜਾਂਚ ਪ੍ਰਾਪਤ ਹੋ ਗਈ, ਜਿਹਨੇ ਆਪਣੇ ਜੀਵਨ ਨੂੰ ਗੁਰੂ ਦੀ ਮੱਤ ਅਨੁਸਾਰ ਜਿਉਣਾ ਆਰੰਭ ਕਰ ਦਿੱਤਾ। ਜਿਨ੍ਹਾਂ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ। ਪਰਮਾਤਮਾ ਸਾਧਨਾ ਦੇ ਦੁਆਰਾ ਹੀ ਮਿਲਦਾ ਹੈ। ਜਿਸ ਦੇ ਹਿਰਦੇ ਵਿੱਚ ਪ੍ਰੇਮ ਹੋਵੇ, ਦਇਆ ਹੋਵੇ, ਉੱਥੇ ਹੀ ਉਹ ਪਰਮਾਤਮਾ ਆ ਕੇ ਨਿਵਾਸ ਕਰਦਾ ਹੈ। ਬਾਣੀ 'ਚ ਬਚਨ ਆਉਂਦਾ ਨਾ, ਜਹਾਂ ਖਿਮਾ ਤਹਿ ਆਪ। ਇਸ ਕਰਕੇ ਜਿਹੜੇ ਉਸ ਪਰਮਾਤਮਾ ਦਾ ਮਿਲਾਪ ਪ੍ਰਾਪਤ ਕਰ ਲੈਂਦੇ ਨੇ, ਗੁਰੂ ਅਰਜਨ ਦੇਵ ਜੀ ਕਹਿੰਦੇ ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ, ਸਦਕੇ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ।
ਆਖਰੀ ਪੰਕਤੀ 'ਚ ਬਚਨ ਆਇਆ, ਮਾਗ ਸੁੱਚੇ ਸੇ ਕਾਂਢੀਐ। ਕਹਿੰਦੇ ਇਸ ਮਨੁੱਖਾ ਜੀਵਨ ਵਿੱਚ ਸੁੱਚੇ ਉਹੀ ਮਨੁੱਖ ਮੰਨੇ ਜਾਣਗੇ ਜਿਨ ਪੂਰਾ ਗੁਰ ਮਿਹਰਬਾਨ, ਜਿਨ੍ਹਾਂ ਉੱਤੇ ਪੂਰਾ ਗੁਰੂ ਮਿਹਰਬਾਨ ਹੋ ਜਾਂਦਾ ਹੈ। ਅਸੀਂ ਤੇ ਹੱਥ ਪੈਰ ਧੋ ਕੇ ਮਾਂਜ ਕੇ ਕਹਿ ਦਿੰਦੇ ਵੀ ਅਸੀਂ ਸੁੱਚੇ ਹੋ ਗਏ, ਅਸੀਂ ਪਵਿੱਤਰ ਹੋ ਗਏ। ਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਸੁੱਚੇ ਇਹ ਨਾ ਆਖੀਆਂ ਬਹਿਨ ਜੇ ਪਿੰਡਾ ਧੋਏ, ਸੁੱਚੇ ਸਈ ਨਾਨਕਾ ਜਿਨ ਮਨ ਵਸਿਆ ਸੋਏ। ਜਿਹਦੇ ਮਨ ਵਿੱਚ ਪ੍ਰਮਾਤਮਾ ਦੀ ਯਾਦ ਟਿਕ ਗਈ ਤੇ ਜਿਹੜਾ ਸੰਸਾਰ ਦੇ ਵਿੱਚ ਪਰਉਪਕਾਰੀ ਬਿਰਤੀ ਧਾਰਨ ਕਰ ਲੈਂਦਾ ਹੈ, ਉਹੀ ਵਿਅਕਤੀ ਸੁੱਚਾ ਮੰਨਿਆ ਜਾਏਗਾ। ਤੇ ਜੇ ਇਹ ਚੰਗੇ ਗੁਣ ਜੀਵਨ ਵਿੱਚ ਨਹੀਂ ਤੇ ਮਹਾਰਾਜ ਕਹਿੰਦੇ ਸੋਚ ਕਰੈ ਦਿਨ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਸੁੱਚਾ ਉਹੀ ਮਨੁੱਖ ਹੈ, ਉਹੀ ਪਵਿੱਤਰ ਜੀਵਨ ਵਾਲਾ ਮਨੁੱਖ ਹੈ ਜਿਹਦੇ ਉੱਤੇ ਉਹ ਗੁਰੂ ਪੂਰਾ ਮਿਹਰਬਾਨ ਹੋ ਜਾਂਦਾ ਹੈ। ਤੇ ਜਿਹੜਾ ਆਪਣੇ ਜੀਵਨ ਨੂੰ ਸਵਾਰ ਲੈਂਦਾ ਹੈ, ਜਿਹਦੇ ਜੀਵਨ ਵਿੱਚ ਦਇਆ ਆ ਜਾਂਦੀ ਹੈ, ਨਿਮਰਤਾ ਆ ਜਾਂਦੀ ਹੈ, ਦੂਜੇ ਦੀ ਮਦਦ ਕਰਨ ਦੀ ਜਿਹਦੇ ਅੰਦਰ ਹੱਥੋਂ ਦੇ ਕੇ ਭਲਾ ਮਨਾਵੇ ਵਾਲੀ ਬਿਰਤੀ ਜਿਹਦੇ ਅੰਦਰ ਪੈਦਾ ਹੋ ਗਈ, ਉਹੀ ਮਨੁੱਖ ਭਲਾ ਮਨੁੱਖ ਮੰਨਿਆ ਜਾਂਦਾ ਹੈ। ਸਤਿਗੁਰੂ ਜੀ ਕਿਰਪਾ ਕਰਨ। ਮਾਘ ਮਹੀਨੇ ਦਾ ਜਿਹੜਾ ਉਪਦੇਸ਼ ਹੈ ਕਿ ਭਲੇ ਪੁਰਖਾਂ ਦੀ ਸੰਗਤ ਕਰਨੀ ਤੇ ਸਦਾ ਨੀਵੇਂ ਹੋ ਕੇ ਰਹਿਣਾ, ਪਰਮਾਤਮਾ ਦਾ ਨਾਮ ਜਪਣਾ, ਸੁਣਨਾ ਤੇ ਦੂਜਿਆਂ ਨੂੰ ਜਪਾਉਣਾ। ਜਿਹੜਾ ਇਸ ਮਾਰਗ ਤੇ ਤੁਰੇਗਾ ਉਹਦੀ ਇਸ ਸੰਸਾਰ ਵਿੱਚ ਵੀ ਸ਼ੋਭਾ ਹੈ, ਉਸ ਮਾਲਕ ਦੇ ਦਰ ਤੇ ਵੀ ਉਹ ਫਿਰ ਪ੍ਰਵਾਨ ਹੋ ਜਾਂਦਾ ਹੈ। ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਜਾਂਦੇ ਨੇ ਉਸ ਦੇ। ਸਤਿਗੁਰੂ ਮਿਹਰ ਕਰੇ। ਗੁਰੂ ਅੱਗੇ ਸਾਡੀ ਇਹੀ ਅਰਦਾਸ ਹੈ, ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ